ਕਹਾਣੀ ਔਲਾਦ। ਜਦੋਂ ਜ਼ੁਬੈਦਾ ਦਾ ਵਿਆਹ ਹੋਇਆ ਸੀ, ਉਹਦੀ ਉਮਰ 25 ਬਰਸ ਦੀ ਸੀ। ਉਹਦੇ ਮਾਪੇ ਤਾਂ ਇਹ ਚਾਹੁੰਦੇ ਸਨ ਕਿ 17 ਬਰਸ ਦੇ ਹੁੰਦੇ ਹੀ ਉਹਦਾ ਵਿਆਹ ਹੋ ਜਾਵੇ, ਮਗਰ ਕੋਈ ਠੀਕ ਠਾਕ ਰਿਸ਼ਤਾ ਮਿਲਦਾ ਹੀ ਨਹੀਂ ਸੀ। ਜੇਕਰ ਕਿਸੇ ਜਗ੍ਹਾ ਗੱਲ ਤੈਅ ਹੋਣ ਲੱਗਦੀ ਤਾਂ ਕੋਈ ਅਜਿਹੀ ਮੁਸ਼ਕਿਲ ਪੈਦਾ ਹੋ ਜਾਂਦੀ ਕਿ ਰਿਸ਼ਤਾ ਅਮਲੀ ਸੂਰਤ ਇਖਤਿਆਰ ਨਾ ਕਰ ਸਕਦਾ। ਆਖਰ ਜਦੋਂ ਜ਼ੁਬੈਦਾ 25 ਬਰਸ ਦੀ ਹੋ ਗਈ, ਉਸਦੇ ਬਾਪ ਨੇ ਇੱਕ ਰੰਡੇ ਦਾ ਰਿਸ਼ਤਾ ਕਬੂਲ ਕਰ ਲਿਆ। ਉਸਦੀ ਉਮਰ 35 ਬਰਸ ਦੇ ਨੇੜੇ ਤੇੜ ਸੀ, ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ। ਸਾਹਿਬੇ ਰੋਜ਼ਗਾਰ ਸੀ। ਮਾਰਕੀਟ ਵਿੱਚ ਕੱਪੜੇ ਦੀ ਥੋਕ ਫਰੋਸ਼ੀ ਦੀ ਦੁਕਾਨ ਸੀ। ਹਰ ਮਹੀਨੇ 500-600 ਰੁਪਏ ਕਮਾ ਲੈਂਦਾ ਸੀ। ਜ਼ੁਬੈਦਾ ਬੜੀ ਆਗਿਆਕਾਰ ਕੁੜੀ ਸੀ। ਉਸਨੇ ਆਪਣੇ ਮਾਪਿਆਂ ਦਾ ਫੈਸਲਾ ਮਨਜ਼ੂਰ ਕਰ ਲਿਆ ਸੀ, ਇਸ ਲਈ ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਉਸਦਾ ਖੌਦ, ਜਿਸ ਦਾ ਨਾਮ ਇਲਮਦੀਨ ਸੀ, ਬਹੁਤ ਸ਼ਰੀਫ ਅਤੇ ਮੁਹੱਬਤ ਕਰਨ ਵਾਲਾ ਸਾਬਿਤ ਹੋਇਆ। ਜ਼ੁਬੈਦਾ ਦੀ ਹਰ ਖੁਸ਼ੀ ਦਾ ਖਿਆਲ ਰੱਖਦਾ ਸੀ। ਕੱਪੜੇ ਦੀ ਕੋਈ ਕਮੀ ਨਹੀਂ ਸੀ। ਹਾਲਾਂਕਿ ਦੂਜੇ ਲੋਕ ਇਸ ਦੇ ਲਈ ਤਰਸਦੇ ਸਨ। 40,000 ਅਤੇ ਥਰੀਬੀ ਦਾ ਲੱਠਾ, ਸ਼ਨੋਹ ਅਤੇ 2 ਘੋੜੇ ਦੀ ਬੋਸਕੀ ਦੇ ਥਾਨਾਂ ਦੇ ਥਾਨ ਜ਼ੁਬੈਦਾ ਦੇ ਕੋਲ ਮੌਜੂਦ ਸਨ। ਉਹ ਆਪਣੇ ਪੇਕੇ ਹਰ ਹਫ਼ਤੇ ਜਾਂਦੀ। ਇੱਕ ਦਿਨ ਉਹ ਗਈ ਸੀ ਤਾਂ ਉਸਨੇ ਡਿਓੜੀ ਵਿੱਚ ਕਦਮ ਰੱਖਦੇ ਹੀ ਵੈਣਾਂ ਦੀ ਆਵਾਜ਼ ਸੁਣੀ। ਅੰਦਰ ਗਈ ਤਾਂ ਉਸਨੂੰ ਪਤਾ ਲੱਗਿਆ ਉਸਦਾ ਬਾਪ ਅਚਾਨਕ ਦਿਲ ਦੀ ਹਰਕਤ ਬੰਦ ਹੋਣ ਦੇ ਕਾਰਨ ਮਰ ਗਿਆ ਹੈ। ਹੁਣ ਜ਼ੁਬੈਦਾ ਦੀ ਮਾਂ ਇਕੱਲੀ ਰਹਿ ਗਈ ਸੀ। ਘਰ ਵਿੱਚ ਸਿਵਾਏ ਇੱਕ ਨੌਕਰ ਦੇ ਹੋਰ ਕੋਈ ਵੀ ਨਹੀਂ ਸੀ। ਉਸਨੇ ਆਪਣੇ ਸ਼ੌਹਰ ਨੂੰ ਬੇਨਤੀ ਕੀਤੀ ਕਿ ਉਹਨੂੰ ਇਜਾਜ਼ਤ ਦੇਵੇ ਕਿ ਉਹ ਆਪਣੀ ਵਿਧਵਾ ਮਾਂ ਨੂੰ ਆਪਣੇ ਕੋਲ ਬੁਲਾ ਲਵੇ। ਇਲਮਦੀਨ ਨੇ ਕਿਹਾ, ਇਜਾਜ਼ਤ ਲੈਣ ਦੀ ਕੀ ਜ਼ਰੂਰਤ ਹੈ? ਇਹ ਤੇਰਾ ਘਰ ਹੈ ਅਤੇ ਤੇਰੀ ਮਾਂ ਮੇਰੀ ਮਾਂ। ਜਾਓ, ਉਹਨੂੰ ਲੈ ਕੇ ਆਓ। ਜੋ ਸਮਾਨ ਵਗੈਰਾ ਹੋਵੇਗਾ ਉਹਨੂੰ ਇੱਥੇ ਲਿਆਉਣ ਦੀ ਬੰਦੋਬਸਤ ਮੈਂ ਹੁਣੇ ਕਰ ਦਿੰਦਾ ਹਾਂ। ਜ਼ੁਬੈਦਾ ਬਹੁਤ ਖੁਸ਼ ਹੋਈ। ਘਰ ਬਹੁਤ ਵੱਡਾ ਸੀ। 2-3 ਕਮਰੇ ਖਾਲੀ ਪਏ ਸਨ। ਉਹ ਤਾਂਗੇ ਵਿੱਚ ਗਈ ਤੇ ਆਪਣੀ ਮਾਂ ਨੂੰ ਨਾਲ ਲੈ ਆਈ। ਇਲਮਦੀਨ ਨੇ ਸਮਾਨ ਚੁਕਵਾਉਣ ਦਾ ਬੰਦੋਬਸਤ ਕਰ ਦਿੱਤਾ ਸੀ, ਇਸ ਲਈ ਉਹ ਵੀ ਪਹੁੰਚ ਗਿਆ। ਜ਼ੁਬੈਦਾ ਦੀ ਮਾਂ ਲਈ ਕੁਝ ਸੋਚ ਵਿਚਾਰ ਦੇ ਬਾਅਦ ਇੱਕ ਕਮਰਾ ਰਾਖਵਾਂ ਕਰ ਦਿੱਤਾ ਗਿਆ। ਉਹ ਬਹੁਤ ਸ਼ੁਕਰਗੁਜ਼ਾਰ ਸੀ। ਆਪਣੇ ਜੁਆਈ ਦੇ ਸਲੂਕ ਦੀ ਚੰਗਿਆਈ ਤੋਂ ਬਹੁਤ ਪ੍ਰਭਾਵਿਤ। ਉਸਦੇ ਜੀਅ ਵਿੱਚ ਕਈ ਵਾਰ ਇਹ ਖਾਹਿਸ਼ ਪੈਦਾ ਹੋਈ ਕਿ ਉਹ ਆਪਣਾ ਸਾਰਾ ਜੇਵਰ, ਜੋ ਕਈ ਹਜ਼ਾਰ ਦੀ ਮਾਲਕੀਅਤ ਦਾ ਸੀ, ਉਹਨੂੰ ਦੇ ਕੇ ਉਹ ਆਪਣੇ ਕੰਮਕਾਜ ਵਿੱਚ ਲਗਾਏ ਅਤੇ ਜ਼ਿਆਦਾ ਕਮਾਏ, ਮਗਰ ਉਹ ਸੁਭਾਵਿਕ ਕੰਜੂਸ ਸੀ। ਇੱਕ ਦਿਨ ਉਸਨੇ ਆਪਣੀ ਧੀ ਨੂੰ ਕਿਹਾ, ਮੈਨੂੰ ਇੱਥੇ ਆਏ 10 ਮਹੀਨੇ ਹੋ ਗਏ ਹਨ। ਮੈਂ ਆਪਣੀ ਜੇਬ ਵਿੱਚੋਂ ਇੱਕ ਵੀ ਪੈਸਾ ਖਰਚ ਨਹੀਂ ਕੀਤਾ। ਹਾਲਾਂਕਿ ਤੁਹਾਡੇ ਮਰਹੂਮ ਬਾਪ ਦੇ ਛੱਡੇ ਹੋਏ 10,000 ਰੁਪਏ ਮੇਰੇ ਕੋਲ ਮੌਜੂਦ ਹਨ ਅਤੇ ਜੇਵਰ ਵੱਖ। ਜ਼ੁਬੈਦਾ ਅੰਗੀਠੀ ਦੇ ਕੋਲ ਫੁਲਕੇ ਸੇਕ ਰਹੀ ਸੀ। ਮਾਂ, ਤੂੰ ਕਿਵੇਂ ਦੀਆਂ ਗੱਲਾਂ ਕਰਦੀ ਐਂ? ਕਿਵੇਂ ਦੀਆਂ? ਉਵੇਂ ਦੀਆਂ। ਮੈਂ ਨਹੀਂ ਜਾਣਦੀ। ਇਹ ਸਭ ਰੁਪਏ ਇਲਮਦੀਨ ਨੂੰ ਦੇ ਦਿੱਤੇ ਹੁੰਦੇ, ਮਗਰ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਕੋਈ ਬੱਚਾ ਹੋਵੇ ਤਾਂ ਇਹ ਸਾਰਾ ਰੁਪਇਆ ਉਸਨੂੰ ਮੈਂ ਤੋਹਫੇ ਵਿੱਚ ਦੇ ਦੇਵਾਂ। ਜ਼ੁਬੈਦਾ ਦੀ ਮਾਂ ਨੂੰ ਇਸ ਗੱਲ ਦਾ ਬਹੁਤ ਖਿਆਲ ਸੀ ਕਿ ਅਜੇ ਤੱਕ ਬੱਚਾ ਪੈਦਾ ਕਿਉਂ ਨਹੀਂ ਹੋਇਆ। ਵਿਆਹ ਹੋਏ ਕਰੀਬ ਦੇ ਕਰੀਬ 2 ਬਰਸ ਹੋ ਚੁੱਕੇ ਹਨ, ਮਗਰ ਬੱਚੇ ਦੀ ਜਨਮ ਦੇ ਲੱਛਣ ਹੀ ਨਜ਼ਰ ਨਹੀਂ ਆਉਂਦੇ। ਉਹ ਉਸ ਨੂੰ ਲੈ ਕੇ ਕਈ ਹਕੀਮਾਂ ਦੇ ਕੋਲ ਗਈ, ਕਈ ਮਾਜ਼ੂਨ, ਕਈ ਸ਼ਫੂਫ, ਕਈ ਕੁਰਸ ਖਿਲਵਾਏ, ਮਗਰ ਇੱਛਤ ਨਤੀਜਾ ਬਰਾਮਦ ਨਾ ਹੋਇਆ। ਆਖਰ ਉਸਨੇ ਪੀਰਾਂ ਫਕੀਰਾਂ ਵੱਲੋਂ ਰਜੂ ਕੀਤਾ, ਟੂਣੇ ਟੋਟਕੇ ਦਾ ਇਸਤੇਮਾਲ ਵੀ ਕੀਤਾ, ਤਵੀਤ, ਧਾਗੇ ਵੀ, ਮਗਰ ਖੁਦ ਮੁਰਾਦਬਰ ਨਹੀਂ ਆਈ। ਜ਼ੁਬੈਦਾ ਇਸ ਦੌਰਾਨ ਤੰਗ ਆ ਗਈ। ਇੱਕ ਦਿਨ ਇਸ ਲਈ ਉਸਨੇ ਉਕਤਾ ਕੇ ਆਪਣੀ ਮਾਂ ਨੂੰ ਕਹਿ ਦਿੱਤਾ, ਛੱਡੋ ਇਸ ਕਿੱਸੇ ਨੂੰ, ਬੱਚਾ ਨਹੀਂ ਹੁੰਦਾ ਤਾਂ ਨਾ ਸਹੀ। ਉਸਦੀ ਬੁੱਢੀ ਮਾਂ ਨੇ ਮੂੰਹ ਬਿਸੂਰ ਕੇ ਕਿਹਾ, ਪੁੱਤਰ, ਇਹ ਵਿਸ਼ਾਲ ਕਿੱਸਾ ਹੈ। ਤੇਰੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਤੂੰ ਇਹ ਵੀ ਨਹੀਂ ਸਮਝਦੀ ਕਿ ਔਲਾਦ ਦਾ ਹੋਣਾ ਕਿੰਨਾ ਜ਼ਰੂਰੀ ਹੈ। ਉਸੇ ਨਾਲ ਤਾਂ ਇਨਸਾਨ ਦੀ ਜ਼ਿੰਦਗੀ ਦਾ ਬਾਗ ਹਮੇਸ਼ਾ ਹਰਿਆ ਭਰਿਆ ਰਹਿੰਦਾ ਹੈ। ਜ਼ੁਬੈਦਾ ਨੇ ਫੁਲਕਾ ਚੰਗੇਰ ਵਿੱਚ ਰੱਖਿਆ। ਮੈਂ ਕੀ ਕਰਾਂ? ਬੱਚਾ ਪੈਦਾ ਨਹੀਂ ਹੁੰਦਾ, ਇਸ ਵਿੱਚ ਮੇਰਾ ਕੀ ਕਸੂਰ ਹੈ? ਬੁੱਢੀ ਨੇ ਕਿਹਾ, ਕਸੂਰ ਕਿਸੇ ਦਾ ਵੀ ਨਹੀਂ, ਬਸ ਸਿਰਫ ਇੱਕ ਅੱਲਾ ਦੀ ਮਿਹਰਬਾਨੀ ਚਾਹੀਦੀ ਹੈ। ਜ਼ੁਬੈਦਾ
ਅੱਲਾ ਮੀਆਂ ਦੇ ਹਜ਼ੂਰ ਹਜ਼ਾਰਾਂ ਵਾਂਗ ਦੁਆਵਾਂ ਮੰਗ ਚੁੱਕੀ ਸੀ ਕਿ ਉਹ ਆਪਣੇ ਫਜ਼ਲੋ ਕਰਮ ਨਾਲ ਉਸ ਦੀ ਗੋਦ ਹਰੀ ਕਰੇ, ਮਗਰ ਉਸ ਦੀਆਂ ਇਨ੍ਹਾਂ ਦੁਆਵਾਂ ਨਾਲ ਕੁਝ ਵੀ ਨਹੀਂ ਸੀ ਹੋਇਆ। ਜਦੋਂ ਉਸ ਦੀ ਮਾਂ ਨੇ ਹਰ ਰੋਜ਼ ਉਸ ਨਾਲ ਬੱਚੇ ਦੇ ਜਨਮ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਸ ਨੂੰ ਅਜਿਹਾ ਮਹਿਸੂਸ ਹੋਣ ਲੱਗ ਗਿਆ ਕਿ ਉਹ ਬੰਜਰ ਜ਼ਮੀਨ ਹੈ ਜਿਸ ਵਿੱਚ ਕੋਈ ਪੌਦਾ ਨਹੀਂ ਉੱਗ ਸਕਦਾ। ਰਾਤਾਂ ਨੂੰ ਉਹ ਅਜੀਬ ਜਿਹੇ ਸੁਪਨੇ ਵੇਖਦੀ, ਬੜੇ ਊਟ ਪਟਾਂਗ ਕਿਸਮ ਦੇ। ਕਦੇ ਇਹ ਵੇਖਦੀ ਕਿ ਉਹ ਖੁਸ਼ਕ ਰੜੇ ਸ਼ਹਿਰ ਵਿੱਚ ਖੜੀ ਹੈ। ਉਸ ਦੀ ਗੋਦ ਵਿੱਚ ਇੱਕ ਨਿੱਕਾ ਗੁਲਗੋਬਨਾ ਜਿਹਾ ਬੱਚਾ ਹੈ ਜਿਸ ਨੂੰ ਉਹ ਹਵਾ ਵਿੱਚ ਇੰਨੇ ਜ਼ੋਰ ਨਾਲ ਉਛਾਲਦੀ ਹੈ ਕਿ ਉਹ ਅਸਮਾਨ ਤੱਕ ਪਹੁੰਚ ਕੇ ਗਾਇਬ ਹੋ ਜਾਂਦਾ ਹੈ। ਕਦੇ ਇਹ ਵੇਖਦੀ ਕਿ ਉਹ ਆਪਣੇ ਬਿਸਤਰ ਵਿੱਚ ਲੇਟੀ ਹੈ ਜੋ ਨੰਨੇ ਮੁੰਨੇ ਬੱਚਿਆਂ ਦੇ ਜਿੰਦਾ ਅਤੇ ਧੜਕੇ ਗੋਸ਼ਤ ਦਾ ਬਣਿਆ ਹੋਇਆ ਹੈ। ਅਜਿਹੇ ਸੁਪਨੇ ਵੇਖ ਕੇ ਉਸ ਦਾ ਦਿਮਾਗ ਅਸੰਤੁਲਨ ਹੋ ਗਿਆ। ਬੈਠੇ ਬੈਠੇ ਉਸ ਦੇ ਕੰਨਾਂ ਵਿੱਚ ਬੱਚਿਆਂ ਦੇ ਰੋਣ ਦੀ ਆਵਾਜ਼ ਆਉਣ ਲੱਗੀ ਅਤੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ, ਇਹ ਕਿਸ ਦਾ ਬੱਚਾ ਰੋ ਰਿਹਾ ਹੈ? ਉਸ ਦੀ ਮਾਂ ਨੇ ਆਪਣੇ ਕੰਨਾਂ 'ਤੇ ਜ਼ੋਰ ਦੇ ਕੇ ਇਹ ਆਵਾਜ਼ ਸੁਣਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਕੁਝ ਵੀ ਸੁਣਾਈ ਨਾ ਦਿੱਤਾ ਤਾਂ ਉਸਨੇ ਕਿਹਾ, ਕੋਈ ਬੱਚਾ ਰੋ ਰਿਹਾ ਹੈ? ਨਹੀਂ ਤਾਂ? ਨਹੀਂ ਮਾਂ, ਰੋ ਰਿਹਾ ਹੈ, ਸਗੋਂ ਰੋ ਰੋ ਕੇ ਹੈਰਾਨ ਹੋਏ ਜਾ ਰਿਹਾ ਹੈ। ਉਸ ਦੀ ਮਾਂ ਨੇ ਕਿਹਾ, ਜਾਂ ਤਾਂ ਮੈਂ ਬੋਲੀ ਹੋ ਗਈ ਹਾਂ ਜਾਂ ਤੇਰੇ ਕੰਨ ਵੱਜਣ ਲੱਗ ਗਏ ਨੇ। ਜ਼ੁਬੈਦਾ ਖਾਮੋਸ਼ ਹੋ ਗਈ, ਪਰ ਉਸ ਦੇ ਕੰਨ ਵਿੱਚ ਦੇਰ ਤੱਕ ਕਿਸੇ ਨਵੇਂ ਜੰਮੇ ਬੱਚੇ ਦੇ ਰੋਣ ਤੇ ਬਿਲਕਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ। ਉਹਨੂੰ ਕਈ ਵਾਰ ਇਹ ਵੀ ਮਹਿਸੂਸ ਹੋਇਆ ਕਿ ਉਸ ਦੀਆਂ ਛਾਤੀਆਂ ਵਿੱਚ ਦੁੱਧ ਉਤਰ ਆਇਆ ਹੈ। ਇਸ ਦਾ ਜ਼ਿਕਰ ਉਸਨੇ ਆਪਣੀ ਮਾਂ ਨਾਲ ਨਹੀਂ ਕੀਤਾ, ਪਰ ਜਦੋਂ ਉਹ ਆਪਣੇ ਅੰਦਰ ਕਮਰੇ ਵਿੱਚ ਥੋੜੀ ਦੇਰ ਆਰਾਮ ਕਰਨ ਗਈ ਤਾਂ ਉਸਨੇ ਆਪਣੀ ਕੁੜਤੀ ਨੂੰ ਉਠਾ ਕੇ ਵੇਖਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਉਸ ਦੀਆਂ ਛਾਤੀਆਂ ਉੱਭਰੀਆਂ ਹੋਈਆਂ ਸਨ। ਬੱਚੇ ਦੇ ਰੋਣ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਅਕਸਰ ਟਪਕਦੀ ਰਹਿੰਦੀ, ਪਰ ਹੁਣ ਉਹ ਸਮਝ ਗਈ ਸੀ ਕਿ ਇਹ ਸਭ ਵਹਿਮ ਹੈ। ਹਕੀਕਤ ਸਿਰਫ ਇਹ ਹੈ ਕਿ ਉਸ ਦੇ ਦਿਲ ਦਿਮਾਗ 'ਤੇ ਲਗਾਤਾਰ ਹਠੌੜੇ ਵੱਜਦੇ ਰਹੇ ਹਨ ਕਿ ਉਸ ਦੇ ਬੱਚਾ ਕਿਉਂ ਨਹੀਂ ਹੁੰਦਾ। ਉਹ ਖੁਦ ਵੀ ਬੜੀ ਸ਼ਿੱਦਤ ਨਾਲ ਉਹ ਖਲਾ ਮਹਿਸੂਸ ਕਰਦੀ ਹੈ ਜੋ ਕਿਸੇ ਵਿਆਹੀ ਔਰਤ ਦੀ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ ਹੈ। ਉਹ ਹੁਣ ਉਦਾਸ ਰਹਿਣ ਲੱਗੀ। ਮੁਹੱਲੇ ਦੇ ਬੱਚੇ ਰੌਲਾ ਮਚਾਉਂਦੇ ਤਾਂ ਉਸ ਦੇ ਕੰਨ ਫਟਣ ਲੱਗਦੇ। ਉਸ ਦਾ ਜੀ ਚਾਹੁੰਦਾ ਕਿ ਬਾਹਰ ਨਿਕਲ ਕੇ ਸਭਨਾਂ ਦਾ ਗਲਾ ਘੁੱਟ ਦੇਵੇ। ਉਸ ਦਾ ਪਤੀ ਇਲਮਦੀਨ, ਉਸ ਨੂੰ ਔਲਾਦ ਦੀ ਕੋਈ ਫਿਕਰ ਨਹੀਂ ਸੀ। ਉਹ ਆਪਣੇ ਵਪਾਰ ਵਿੱਚ ਮਗਨ ਸੀ। ਕੱਪੜੇ ਦੇ ਭਾਅ ਰੋਜ਼ ਬਰੋਜ਼ ਚੜ੍ਹ ਰਹੇ ਸਨ। ਆਦਮੀ ਹਾਲਾਂਕਿ ਹੋਸ਼ਿਆਰ ਸੀ, ਇਸ ਲਈ ਉਸਨੇ ਕੱਪੜੇ ਦਾ ਕਾਫੀ ਜ਼ਖੀਰਾ ਜਮ੍ਹਾਂ ਕਰਕੇ ਰੱਖਿਆ ਸੀ। ਹੁਣ ਉਸ ਦੀ ਮਾਰਵਾਰ ਆਮਦਨ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਸੀ, ਮਗਰ ਇਸ ਆਮਦਨ ਦੇ ਵਾਧੇ ਨਾਲ ਜ਼ੁਬੈਦਾ ਨੂੰ ਕੋਈ ਖੁਸ਼ੀ ਹਾਸਲ ਨਹੀਂ ਸੀ ਹੋ ਰਹੀ। ਜਦੋਂ ਉਸ ਦਾ ਪਤੀ ਨੋਟਾਂ ਦੀ ਗੱਡੀ ਲੈ ਕੇ ਆਉਂਦਾ ਤਾਂ ਉਹ ਉਸ ਨੂੰ ਆਪਣੀ ਝੋਲੀ ਵਿੱਚ ਪਾ ਕੇ ਬਹੁਤ ਦੇਰ ਤੱਕ ਲੋਰੀ ਦਿੰਦੀ ਰਹਿੰਦੀ ਅਤੇ ਫਿਰ ਉਸ ਨੂੰ ਉਠਾ ਕੇ ਕਿਸੇ ਖਿਆਲੀ ਝੂਲੇ ਵਿੱਚ ਬਿਠਾ ਦਿੰਦੀ। ਇੱਕ ਦਿਨ ਇਲਮਦੀਨ ਨੇ ਵੇਖਿਆ ਕਿ ਉਹ ਨੋਟ ਜੋ ਉਸਨੇ ਆਪਣੀ ਪਤਨੀ ਨੂੰ ਲਿਆ ਕੇ ਦਿੱਤੇ ਸਨ, ਦੁੱਧ ਦੀ ਪਤੀਲੀ ਵਿੱਚ ਪਏ ਸਨ। ਉਹ ਹੈਰਾਨ ਹੋਇਆ ਕਿ ਇਹ ਇੱਥੇ ਕਿੱਦਾਂ ਪਹੁੰਚ ਗਏ। ਇਸ ਲਈ ਉਸਨੇ ਜ਼ੁਬੈਦਾ ਨੂੰ ਪੁੱਛਿਆ, ਇਹ ਨੋਟ ਦੁੱਧ ਦੀ ਪਤੀਲੀ ਵਿੱਚ ਕਿਸਨੇ ਪਾਏ ਹਨ? ਜ਼ੁਬੈਦਾ ਨੇ ਜਵਾਬ ਦਿੱਤਾ, ਬੱਚੇ ਬੜੇ ਸ਼ਰਾਰਤੀ ਹਨ, ਇਹ ਹਰਕਤ ਉਹਨਾਂ ਨੇ ਕੀਤੀ ਹੋਵੇਗੀ। ਇਲਮਦੀਨ ਬਹੁਤ ਹੈਰਾਨ ਹੋਇਆ, ਪਰ ਇੱਥੇ ਬੱਚੇ ਕਿੱਥੇ ਹਨ? ਜ਼ੁਬੈਦਾ ਆਪਣੇ ਖੌਂਦ ਨਾਲ ਕਿਤੇ ਜ਼ਿਆਦਾ ਹੈਰਾਨ ਨਹੀਂ ਹੋਈ ਕਿ ਬੱਚੇ ਨਹੀਂ ਹਨ। ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਹੋ? ਹੁਣੇ ਸਕੂਲੋਂ ਵਾਪਸ ਆਉਂਦੇ ਹੋਣਗੇ, ਉਹਨਾਂ ਨੂੰ ਪੁੱਛੂੰਗੀ ਇਹ ਹਰਕਤ ਉਹਨਾਂ ਦੀ ਹੈ। ਇਲਮਦੀਨ ਸਮਝ ਗਿਆ ਉਸ ਦੀ ਪਤਨੀ ਦੇ ਦਿਮਾਗ ਦਾ ਸੰਤੁਲਨ ਕਾਇਮ ਨਹੀਂ, ਪਰ ਉਸਨੇ ਆਪਣੀ ਸੱਸ ਨਾਲ ਇਸ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਬਹੁਤ ਕਮਜ਼ੋਰ ਔਰਤ ਸੀ। ਉਹ ਦਿਲ ਹੀ ਦਿਲ ਜ਼ੁਬੈਦਾ ਦੀ ਦਿਮਾਗੀ ਹਾਲਤ 'ਤੇ ਅਫਸੋਸ ਕਰ ਰਿਹਾ ਸੀ, ਮਗਰ ਉਸ ਦਾ ਇਲਾਜ ਉਸ ਦੇ ਵੱਸ ਵਿੱਚ ਨਹੀਂ ਸੀ। ਉਸਨੇ ਆਪਣੇ ਕਈ ਦੋਸਤਾਂ ਤੋਂ ਮਸ਼ਵਰਾ ਲਿਆ। ਉਹਨਾਂ ਵਿੱਚੋਂ ਕੁਝ ਨੇ ਕਿਹਾ ਕਿ ਪਾਗਲਖਾਨੇ ਦਾਖਲ ਕਰਾ ਦਿਓ, ਮਗਰ ਇਸ ਖਿਆਲ ਨਾਲ ਉਸ ਨੂੰ ਵਹਿਸ਼ਤ ਹੁੰਦੀ ਸੀ। ਉਸਨੇ ਦੁਕਾਨ 'ਤੇ ਜਾਣਾ ਛੱਡ ਦਿੱਤਾ, ਸਾਰਾ ਵਕਤ ਘਰ ਰਹਿੰਦਾ ਅਤੇ ਜ਼ੁਬੈਦਾ ਦੀ ਦੇਖਭਾਲ ਕਰਦਾ ਸੀ ਅਤੇ ਉਹ ਕਿਸੇ ਰੋਜ਼ ਕੋਈ ਖਤਰਨਾਕ ਹਰਕਤ ਨਾ ਕਰ ਬੈਠੇ। ਉਸ ਦੇ ਹਰ ਵਕਤ ਘਰ ਰਹਿਣ ਨਾਲ ਜ਼ੁਬੈਦਾ ਦੀ ਹਾਲਤ ਕਿਸੇ ਕਦਰ ਦਰੁਸਤ ਹੋ ਗਈ, ਪਰ ਉਹਨੂੰ ਇਸ ਗੱਲ ਦੀ ਬਹੁਤ ਫਿਕਰ ਸੀ ਕਿ ਦੁਕਾਨ ਦਾ ਕੰਮਕਾਜ ਕੌਣ ਚਲਾ ਰਿਹਾ ਹੈ। ਕਿਤੇ ਉਹ ਆਦਮੀ ਜਿਸ ਨੂੰ ਉਸਨੇ ਕੰਮ ਸੁਪਰਦ ਕੀਤਾ ਹੈ ਗਬਨ ਤਾਂ ਨਹੀਂ ਕਰ ਰਿਹਾ। ਉਸਨੇ ਇਸ ਲਈ ਕਈ ਵਾਰ ਆਪਣੇ ਖੌਂਦ ਨੂੰ ਕਿਹਾ, ਦੁਕਾਨ 'ਤੇ ਤੁਸੀਂ ਕਿਉਂ ਨਹੀਂ ਜਾਂਦੇ? ਇਲਮਦੀਨ ਨੇ ਉਸ ਨੂੰ ਬੜੇ ਪਿਆਰ ਨਾਲ ਕਿਹਾ,
ਮੇਰੀ ਜਾਨ, ਮੈਂ ਕੰਮ ਕਰਕੇ ਥੱਕ ਗਿਆ ਹਾਂ, ਹੁਣ ਥੋੜ੍ਹੀ ਦੇਰ ਆਰਾਮ ਕਰਨਾ ਚਾਹੁੰਦਾ ਹਾਂ। ਮਗਰ ਦੁਕਾਨ ਕਿਸੇ ਸਪੁਰਦ ਹੈ, ਮੇਰਾ ਨੌਕਰ ਹੈ, ਉਹ ਸਭ ਕੰਮ ਕਰਦਾ ਹੈ। ਅੱਛਾ, ਕੀ ਉਹ ਇਮਾਨਦਾਰ ਹੈ? ਹਾਂ ਹਾਂ, ਬਹੁਤ ਇਮਾਨਦਾਰ ਹੈ, ਦਮੜੀ ਦਮੜੀ ਦਾ ਹਿਸਾਬ ਦਿੰਦਾ ਹੈ। ਤੂੰ ਕਿਉਂ ਫਿਕਰ ਕਰਦੀ ਹੈ? ਜ਼ੁਬੈਦਾ ਨੇ ਬਹੁਤ ਗੰਭੀਰ ਹੋ ਕੇ ਕਿਹਾ। ਮੈਨੂੰ ਕਿਉਂ ਫਿਕਰ ਨਹੀਂ ਹੋਵੇਗੀ, ਆਪਾਂ ਬਾਲ ਬੱਚੇ ਵਾਲੇ ਹਾਂ। ਮੈਨੂੰ ਆਪਣਾ ਤਾਂ ਕੁਝ ਨਹੀਂ, ਪਰ ਉਹਨਾਂ ਦਾ ਖਿਆਲ ਹੈ। ਇਹ ਤੁਹਾਡਾ ਨੌਕਰ ਜੇਕਰ ਤੁਹਾਡਾ ਰੁਪਇਆ ਮਾਰ ਗਿਆ ਤਾਂ ਸਮਝੋ ਕਿ ਬੱਚਿਆਂ। ਇਲਮਦੀਨ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਜ਼ੁਬੈਦਾ, ਉਹਨਾਂ ਦਾ ਅੱਲਾ ਮਾਲਿਕ ਹੈ, ਉਂਝ ਮੇਰਾ ਨੌਕਰ ਬਹੁਤ ਵਫਾਦਾਰ ਹੈ ਅਤੇ ਇਮਾਨਦਾਰ ਹੈ। ਤੈਨੂੰ ਉਸ ਉੱਤੇ ਕੋਈ ਵੀ ਸ਼ੱਕ ਨਹੀਂ ਕਰਨਾ ਚਾਹੀਦਾ। ਮੈਨੂੰ ਤਾਂ ਕਿਸੇ ਕਿਸਮ ਦਾ ਸ਼ੱਕ ਨਹੀਂ ਹੈ। ਇਲਮਦੀਨ ਬਹੁਤ ਪਰੇਸ਼ਾਨ ਸੀ ਕਿ ਹੁਣ ਉਹ ਕੀ ਕਰੇ। ਜ਼ੁਬੈਦਾ ਸਾਰਾ ਦਿਨ ਆਪਣੇ ਖਿਆਲੀ ਬੱਚਿਆਂ ਦੇ ਕੱਪੜੇ ਸੀਂਦੀ ਰਹਿੰਦੀ, ਉਹਨਾਂ ਦੀਆਂ ਜੁਰਾਬਾਂ ਧੋਂਦੀ, ਉਹਨਾਂ ਦੇ ਊਨੀ ਕੱਪੜੇ ਬੁਣਦੀ। ਕਈ ਵਾਰ ਉਹ ਆਪਣੀ ਖੋਂਦ ਨੂੰ ਕਹਿ ਕੇ ਵੱਖ-ਵੱਖ ਸਾਈਜ਼ ਦੇ ਸੈਂਡਲ ਮੰਗਵਾਉਂਦੀ, ਜਿਨ੍ਹਾਂ ਨੂੰ ਉਹ ਹਰ ਸਵੇਰੇ ਪਾਲਿਸ਼ ਕਰਦੀ ਸੀ। ਇਲਮਦੀਨ ਇਹ ਸਭ ਕੁਝ ਵੇਖਦਾ ਤਾਂ ਉਸਦਾ ਦਿਲ ਰੋਣ ਲੱਗਦਾ ਅਤੇ ਉਹ ਸੋਚਦਾ ਕਿ ਸ਼ਾਇਦ ਉਸਦੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ। ਇਹ ਗੁਨਾਹ ਕੀ ਸਨ, ਇਸ ਦਾ ਇਲਮ ਇਲਮਦੀਨ ਨੂੰ ਨਹੀਂ ਸੀ। ਇੱਕ ਦਿਨ ਉਸਦਾ ਦੋਸਤ ਉਸ ਨੂੰ ਮਿਲਿਆ ਜੋ ਬਹੁਤ ਪਰੇਸ਼ਾਨ ਸੀ। ਇਲਮਦੀਨ ਨੇ ਉਸ ਤੋਂ ਪਰੇਸ਼ਾਨੀ ਦੀ ਵਜ੍ਹਾ ਪੁੱਛੀ ਤਾਂ ਉਸਨੇ ਦੱਸਿਆ ਕਿ ਉਸਦਾ ਇੱਕ ਕੁੜੀ ਨਾਲ ਇਸ਼ਕ ਹੋ ਗਿਆ। ਹੁਣ ਉਹ ਗਰਭਵਤੀ ਹੋ ਗਈ ਹੈ। ਗਿਰਾਉਣ ਦੇ ਤਮਾਮ ਤਰੀਕੇ ਇਸਤੇਮਾਲ ਕੀਤੇ ਮਗਰ ਕਾਮਯਾਬੀ ਨਹੀਂ ਮਿਲੀ। ਇਲਮਦੀਨ ਨੇ ਉਸ ਨੂੰ ਕਿਹਾ, ਵੇਖੋ, ਗਿਰਾਉਣ ਗਰੂਣ ਦੀ ਕੋਸ਼ਿਸ਼ ਨਾ ਕਰੋ, ਬੱਚਾ ਪੈਦਾ ਹੋਣ ਦਿਓ। ਉਸਦੇ ਦੋਸਤ ਨੇ, ਜਿਸ ਨੂੰ ਹੋਣ ਵਾਲੇ ਬੱਚੇ ਵਿੱਚ ਕੋਈ ਦਿਲਚਸਪੀ ਨਹੀਂ ਸੀ, ਕਿਹਾ, ਮੈਂ ਬੱਚੇ ਦਾ ਕੀ ਕਰਾਂਗਾ, ਤੂੰ ਮੈਨੂੰ ਦੇ ਦੇਣਾ। ਬੱਚਾ ਪੈਦਾ ਹੋਣ ਦੇ ਵਿੱਚ ਕੁਝ ਦੇਰ ਸੀ। ਇਸ ਦੌਰਾਨ ਉਹ ਇਲਮਦੀਨ ਨੇ ਆਪਣੀ ਪਤਨੀ ਜ਼ੁਬੈਦਾ ਨੂੰ ਭਰੋਸਾ ਦਿਵਾਇਆ ਕਿ ਉਹ ਗਰਭਵਤੀ ਹੈ। 1 ਮਹੀਨੇ ਬਾਅਦ ਉਸਦੇ ਬੱਚਾ ਪੈਦਾ ਹੋ ਜਾਵੇਗਾ। ਜ਼ੁਬੈਦਾ ਵਾਰ-ਵਾਰ ਕਹਿੰਦੀ, ਮੈਨੂੰ ਹੁਣ ਜ਼ਿਆਦਾ ਔਲਾਦ ਨਹੀਂ ਚਾਹੀਦੀ, ਪਹਿਲਾਂ ਹੀ ਕੀ ਘੱਟ ਆ। ਇਲਮਦੀਨ ਖਾਮੋਸ਼ ਰਹਿੰਦਾ। ਉਸਦੇ ਦੋਸਤ ਦੀ ਰਖੇਲ ਨੇ ਮੁੰਡਾ ਪੈਦਾ ਹੋਇਆ, ਜੋ ਇਲਮਦੀਨ ਨੇ ਜ਼ੁਬੈਦਾ ਦੇ ਕੋਲ ਲਿਆ ਕੇ ਜਦੋਂ ਉਹ ਸੌਂ ਰਹੀ ਸੀ ਨਾਲ ਲਿਟਾ ਦਿੱਤਾ। ਉਸਨੂੰ ਜਗਾ ਕੇ ਕਿਹਾ, ਜ਼ੁਬੈਦਾ, ਤੂੰ ਕਦੋਂ ਤੱਕ ਬੇਹੋਸ਼ ਪਈ ਰਹੇਂਗੀ? ਇਹ ਵੇਖੋ, ਤੇਰੇ ਪਹਲੂ ਵਿੱਚ ਕੀ ਹੈ? ਜ਼ੁਬੈਦਾ ਨੇ ਕਰਵਟ ਬਦਲੀ ਅਤੇ ਵੇਖਿਆ, ਉਸਦੇ ਨਾਲ ਇੱਕ ਨੰਨਾ ਮੁੰਨਾ ਬੱਚਾ ਪੈਰ ਹਿਲਾ ਰਿਹਾ ਸੀ। ਇਲਮਦੀਨ ਨੇ ਉਸਨੂੰ ਕਿਹਾ, ਮੁੰਡਾ ਹੈ। ਹੁਣ ਖੁਦਾ ਦੇ ਫਜ਼ਲੋ ਕਰਮ ਨਾਲ ਸਾਡੇ 5 ਬੱਚੇ ਹੋ ਗਏ ਹਨ। ਜ਼ੁਬੈਦਾ ਬਹੁਤ ਖੁਸ਼ ਹੋਈ। ਇਹ ਮੁੰਡਾ ਕਦੋਂ ਪੈਦਾ ਹੋਇਆ? ਸਵੇਰੇ 7 ਵਜੇ। ਅਤੇ ਮੈਨੂੰ ਇਸ ਦਾ ਇਲਮ ਹੀ ਨਹੀਂ। ਮੇਰਾ ਖਿਆਲ ਹੈ ਦਰਦ ਦੇ ਕਾਰਨ ਮੈਂ ਬੇਹੋਸ਼ ਹੋ ਗਈ ਹੋਵਾਂਗੀ। ਇਲਮਦੀਨ ਨੇ ਕਿਹਾ, ਹਾਂ, ਕੁਝ ਅਜਿਹੀ ਗੱਲ ਸੀ, ਪਰ ਅੱਲਾ ਦੇ ਫਰਜ਼ੋ ਕਰਮ ਨਾਲ ਸਭ ਠੀਕ ਹੋ ਗਿਆ ਹੈ। ਦੂਜੇ ਰੋਜ਼ ਇਲਮਦੀਨ ਆਪਣੀ ਪਤਨੀ ਨੂੰ ਦੇਖਣ ਗਿਆ ਤਾਂ ਉਸਨੇ ਵੇਖਿਆ ਕਿ ਉਹ ਲਹੂ ਲੁਹਾਨ ਹੈ। ਉਸਦੇ ਹੱਥ ਵਿੱਚ ਕੱਟ ਥਰੋਟ ਉਸਤਰਾ ਹੈ। ਉਹ ਆਪਣੀਆਂ ਛਾਤੀਆਂ ਕੱਟ ਰਹੀ ਹੈ। ਇਲਮਦੀਨ ਨੇ ਉਸਨੇ ਹੱਥੋਂ ਉਸਤਰਾ ਖੋਹ ਲਿਆ। ਤੂੰ ਕੀ ਕਰ ਰਹੀ ਹੈ? ਜ਼ੁਬੈਦਾ ਨੇ ਪਹਿਲਾਂ ਆਪਣੇ ਲੇਟੇ ਹੋਏ ਬੱਚੇ ਵੱਲ ਵੇਖਿਆ। ਸਾਰੀ ਰਾਤ ਬਿਲਕਦਾ ਰਿਹਾ ਹੈ, ਪਰ ਮੇਰੀਆਂ ਛਾਤੀਆਂ ਵਿੱਚ ਦੁੱਧ ਨਹੀਂ ਉਤਰਿਆ। ਲਾਹਨਤ ਹੈ ਅਜਿਹੀ। ਇਸ ਤੋਂ ਅੱਗੇ ਉਹ ਹੋਰ ਕੁਝ ਨਹੀਂ ਕਹਿ ਸਕੀ। ਖੂਨ ਨਾਲ ਲਿਬੜੀ ਲੱਥ-ਪੱਥ ਹੋਈ ਇੱਕ ਉਂਗਲ ਉਸਨੇ ਆਪਣੇ ਬੱਚੇ ਦੇ ਮੂੰਹ ਨੂੰ ਲਗਾ ਦਿੱਤੀ ਅਤੇ ਹਮੇਸ਼ਾ ਲਈ ਸਦਾ ਦੀ ਨੀਂਦ ਸੌਂ ਗਈ। ਧੰਨਵਾਦ।